हाँ जी, सत श्री अकाल जी साਰਿਆਂ ਨੂੰ ਵੈਲਕਮ ਟੂ ਗੁਰਵਿੰਦਰ ਪੀਡੀ ਚੈਨਲ। ਕਾਫੀ ਬੱਚਿਆਂ ਦਾ ਕੁਐਸਚਨ ਮੈਸੇਜ ਆਉਂਦੇ ਪਏ ਸੀਗੇ ਕਿ ਐਗਜ਼ਾਮ ਤੋਂ ਇੱਕ ਵੀਕ ਜਦੋਂ ਪੈਂਡਿੰਗ ਰਹਿ ਜੇ, ਸਿਰਫ ਇੱਕ ਵੀਕ ਬਾਅਦ ਸਾਡਾ ਐਗਜ਼ਾਮ ਰਹਿ ਜੇ, ਸਾਨੂੰ ਕਿਹੜੀ ਪ੍ਰੈਕਟਿਸ ਕਰਨੀ ਚਾਹੀਦੀ ਆ, ਕਿਵੇਂ ਸਾਨੂੰ ਪ੍ਰੋਪਰ ਤਿਆਰੀ ਕਰਨੀ ਚਾਹੀਦੀ ਆ, ਕੀ ਸਾਡਾ ਪੈਟਰਨ ਹੋਣਾ ਚਾਹੀਦਾ ਵਾ, ਕੀ ਸਾਡਾ ਟਾਈਮ ਟੇਬਲ ਹੋਣਾ ਚਾਹੀਦਾ ਵਾ ਜੋ ਅਸੀਂ ਐਗਜ਼ਾਮ ਦੇ ਵਿੱਚੋਂ ਡਿਜ਼ਾਇਰ ਸਕੋਰਿੰਗ ਲੈ ਲਈਏ। ਸੋ ਅੱਜ ਦੀ ਵੀਡੀਓ ਲਾਸਟ ਤੱਕ ਦੇਖਿਓ, ਈਚ ਐਂਡ ਐਵਰੀਥਿੰਗ ਤੁਹਾਨੂੰ ਗੱਲਾਂ ਦੱਸੂਗਾ ਵੀ ਜੋ ਲਾਸਟ ਵੀਕ ਰਹਿ ਜੇ ਆਪਣੇ ਐਗਜ਼ਾਮ ਦਾ, ਆਪਾਂ ਨੂੰ ਕਿਹੜੇ ਵੇ ਨਾਲ ਪ੍ਰੈਕਟਿਸ ਕਰਨੀ ਚਾਹੀਦੀ ਹੈ, ਕਿਹੜੀਆਂ ਚੀਜ਼ਾਂ ਧਿਆਨ 'ਚ ਰੱਖਣੀਆਂ ਚਾਹੀਦੀਆਂ ਤੇ ਇੱਕ ਹਫ਼ਤਾ ਬਾਅਦ ਆਪਣਾ ਟਾਈਮ ਟੇਬਲ ਕੀ ਹੋਣਾ ਚਾਹੀਦਾ ਵਾ। ਜੋ ਆਪਣਾ ਇੱਕ ਹਫ਼ਤਾ ਰਹਿ ਜੇ ਐਗਜ਼ਾਮ ਦੇ ਵਿੱਚ, ਉਹ ਇੱਕ ਹਫ਼ਤੇ ਦੇ ਵਿੱਚ ਆਪਣਾ ਟਾਈਮ ਟੇਬਲ ਕੀ ਹੋਵੇ ਜੋ ਅਸੀਂ ਐਗਜ਼ਾਮ ਦੇ ਵਿੱਚੋਂ ਡਿਜ਼ਾਇਰ ਸਕੋਰਿੰਗ ਪ੍ਰਾਪਤ ਕਰ ਲਈਏ। ਬਹੁਤ ਇੰਪੋਰਟੈਂਟ ਟਾਈਮ ਹੁੰਦਾ ਉਹ ਇੱਕ ਹਫ਼ਤਾ, ਇੱਕ 7 ਡੇਜ਼ ਜਿਹੜੇ ਆ, ਉਹ 7 ਡੇਜ਼ ਦੇ ਵਿੱਚ ਜੇ ਆਪਣੇ ਕੋਲ ਕੁਝ ਗਲਤੀਆਂ ਹੋ ਜਾਣ ਤੇ ਡੈਫੀਨਿਟਲੀ ਆਪਣਾ ਐਗਜ਼ਾਮ ਜਿਹੜਾ ਵਾ ਤਾਂ ਸਕੋਰਿੰਗ ਖਰਾਬ ਹੀ ਖਰਾਬ ਆਉਂਦੀ ਆ। ਸੋ ਹਫ਼ਤੇ ਦੇ ਵਿੱਚ ਸਕੋਰਿੰਗ ਕਿਵੇਂ ਇੰਪਰੂਵ ਕੀਤੀ ਜਾ ਸਕਦੀ ਆ, ਕਿਹੜੇ ਵੇ ਨਾਲ ਪ੍ਰੈਕਟਿਸ ਕਰਨੀ ਚਾਹੀਦੀ ਹੈ, ਕਿਹੜਾ ਟਾਈਮ ਟੇਬਲ ਹੋਣਾ ਚਾਹੀਦਾ ਵਾ ਜੋ ਅਸੀਂ ਡਿਜ਼ਾਇਰ ਸਕੋਰਿੰਗ ਐਗਜ਼ਾਮ ਚ ਲੈ ਸੀਗੇ। ਸਭ ਤੋਂ ਪਹਿਲੀ ਗੱਲ ਜਿਹੜੀ ਇੰਪੋਰਟੈਂਟ ਤੁਹਾਡੇ ਨਾਲ ਕਰਾਂ, ਟੈਸਟ ਵਗੈਰਾ ਨਾ ਕਾਫੀ ਮੈਂ ਕਹਿੰਦਾ ਹੁੰਦਾ ਵੀ ਬੱਚਿਆਂ ਨੂੰ ਐਗਜ਼ਾਮ ਤੋਂ ਥੋੜੇ ਦਿਨ ਪਹਿਲਾਂ ਦੇਣੇ ਬੰਦ ਕਰ ਦੇਣੇ ਚਾਹੀਦੇ ਆ। ਇੱਕ ਚੀਜ਼ ਮੈਂ ਤੁਹਾਨੂੰ ਸਿੰਪਲ ਜੀ ਐਕਸਪਲੇਨ ਕਰਦਾ ਵਾਂ। ਜਦੋਂ ਟੈਸਟ ਵਗੈਰਾ ਹੁੰਦੇ ਨਾ, ਟੈਸਟ ਵਗੈਰਾ ਦੇਣੇ ਵੀ ਮਾੜੀ ਗੱਲ ਨਹੀਂਗੀ। ਹਫਤੇ ਤੋਂ ਪਹਿਲਾਂ ਵੀ ਆਪਾਂ ਟੈਸਟ ਵਗੈਰਾ ਦੇ ਸਕਦੇ ਆ, ਐਗਜ਼ਾਮ ਤੋਂ 2-3 ਦਿਨ ਪਹਿਲਾਂ ਵੀ ਆਪਾਂ ਟੈਸਟ ਦੇ ਸਕਦੇ ਆ। ਆਪਣਾ ਕਾਰਨ ਪਤਾ ਹੋਣਾ ਚਾਹੀਦਾ ਵੀ ਆਪਾਂ ਟੈਸਟ ਦਿੰਨੇ ਕਿਉਂ ਪਏ ਆ। ਜੇ ਤਾਂ ਆਪਾਂ ਨੂੰ ਪਤਾ, ਆਪਣੇ ਮਨ ਚੋਂ ਡਰ ਨਿਕਲਿਆ ਹੋਇਆ ਟੈਸਟ ਦਾ ਵੀ ਹਾਂ ਵੀ ਆਹ ਟੈਸਟ ਆਹ ਚੀਜ਼ ਹੁੰਦੀ ਆ, ਠੀਕ ਆ, ਮੈਨੂੰ ਈਚ ਐਂਡ ਐਵਰੀਥਿੰਗ ਸਾਰਾ ਕੁਝ ਪਤਾ ਵਾ ਵੀ ਆ ਓਕੇ ਪ੍ਰੋਪਰ ਪੈਟਰਨ ਬਾਰੇ ਈਚ ਐਂਡ ਐਵਰੀਥਿੰਗ ਪਤਾ, ਕਿਉਂਕਿ ਮੌਕ ਟੈਸਟ ਜਾਂ ਸੈਕਸ਼ਨ ਟੈਸਟ ਆਪਾਂ ਤਾਂ ਦਿੰਨੇ ਆ ਵੀ ਸਾਨੂੰ ਪੈਟਰਨ ਵਗੈਰਾ ਦਾ ਈਚ ਐਂਡ ਐਵਰੀਥਿੰਗ ਸਭ ਕੁਝ ਪਤਾ ਲੱਗ ਜੇ। ਜਿਹੜੇ ਬੱਚੇ ਤਾਂ ਐਜ਼ ਇਟ ਇਜ਼ ਵੀ ਡੇਲੀ ਮੌਕ ਟੈਸਟ ਡੇਲੀ ਸੈਕਸ਼ਨ ਟੈਸਟ ਦੇਣ ਲੱਗ ਪੈਂਦੇ ਆ, ਉਹ ਕਿਤੇ ਨਾ ਕਿਤੇ ਚੀਜ਼ ਗਲਤ ਰਹਿ ਜਾਂਦੀ ਆ। ਮੈਂ ਐਗਜ਼ਾਮ ਤੋਂ ਇੱਕ ਹਫ਼ਤਾ ਪਹਿਲਾਂ ਟੈਸਟ ਦੇਣਾ ਮਨਾ ਕੀਤਾ ਵਾ, ਬਟ ਮੈਂ ਉਹ ਬੱਚੇ ਨੂੰ ਮਨਾ ਕੀਤਾ ਵਾ ਵੀ ਜਿਹੜਾ ਬੱਚਾ ਬਹੁਤ ਮਹੀਨਾ ਹੋ ਗਿਆ ਪੀਟੀ ਕਰਦੇ ਨੂੰ, ਜਿਹੜੇ ਬੱਚੇ ਨੂੰ 2 ਮਹੀਨੇ ਹੋ ਗਏ ਪੀਟੀ ਕਰਦੇ ਨੂੰ, ਜਿਹੜੇ ਬੱਚੇ ਨੂੰ ਸਿਰਫ 15 ਦਿਨ ਹੋਇਆ ਪੀਟੀ ਕਰਦੇ ਨੂੰ, ਜਿਹੜਾ ਬੱਚਾ ਸਿਰਫ 10 ਦਿਨ ਲਗਾ ਵਾ, ਉਹ 10 ਦਿਨ ਵਾਲੇ ਬੱਚੇ ਨੂੰ ਇੱਕ ਅੱਧਾ ਮੌਕ ਟੈਸਟ ਜੇ ਦੇ ਵੀ ਦੂਗਾ ਹਫਤੇ ਦੇ ਵਿੱਚ ਤਾਂ ਕੋਈ ਚੱਕਰ ਨਹੀਂਗਾ। ਬਟ ਇੱਕ ਚੀਜ਼ ਨੂੰ ਧਿਆਨ 'ਚ ਰੱਖਿਆ ਕਰੋ, ਜਦੋਂ ਤੁਸੀਂ ਮੌਕ ਟੈਸਟ ਨੂੰ ਐਗਜ਼ਾਮ ਨਾਲ ਕੰਪੇਅਰ ਕਰਦੇ ਹੋ ਨਾ, ਸਹੀ ਗਲਤੀ ਉਦੋਂ ਹੁੰਦੀ ਆ, ਸਹੀ ਮਿਸਟੇਕ ਉਦੋਂ ਹੁੰਦੀ ਆ। ਇਹ ਚੀਜ਼ ਨੂੰ ਧਿਆਨ 'ਚ ਰੱਖਿਓ। ਜਸਟ ਮੌਕ ਟੈਸਟ ਆਪਾਂ ਨੂੰ ਤਾਂ ਦੇਣੇ ਚਾਹੀਦੇ ਆ ਵੀ ਆਪਾਂ ਜਸਟ ਇਹ ਦੇਖ ਸਕੀਏ ਵੀ ਸਾਡਾ ਪੈਟਰਨ ਐਗਜ਼ਾਮ ਦਾ ਕਿਵੇਂ ਦਾ ਹੁੰਦਾ ਵਾ। ਮੈਨੂੰ ਜਿਵੇਂ ਇੱਥੇ ਰੀਡ ਅਲਾਉਡ, ਬਾਅਦ 'ਚ ਰਿਪੀਟ ਸੈਂਟੈਂਸ, ਬਾਅਦ 'ਚ ਡਿਸਕ੍ਰਾਈਬੇਜ, ਬਾਅਦ 'ਚ ਮੈਨੂੰ ਰੀਟਾ ਲੈਕਚਰ ਆਉਂਦਾ ਪਿਆ ਵਾ, ਉੱਥੇ ਜਦੋਂ ਮੈਨੂੰ ਚੀਜ਼ਾਂ ਆਈਆਂ ਮੈਨੂੰ ਕਿਵੇਂ ਫੇਸ ਕਰਨੀਆਂ ਪੈਣਗੀਆਂ, ਇੱਥੇ ਪ੍ਰੋਪਰ ਪਹਿਲਾਂ ਮੈਂ ਉਨ ਚੀਜ਼ਾਂ ਨੂੰ ਪ੍ਰੈਕਟਿਸ ਕਰ ਲਾ ਵੀ ਕਿਵੇਂ ਉੱਥੇ ਮੈਨੂੰ ਫੇਸ ਕਰਨੀਆਂ ਪੈਣਗੀਆਂ। ਜਸਟ ਮਾੜਾ ਜਦੋਂ ਆਪਾਂ ਨੂੰ ਹਿੰਟ ਮਿਲ ਜਾਂਦਾ ਹੁੰਦਾ ਨਾ, ਫਿਰ ਮੌਕ ਟੈਸਟ ਦੇਣੇ ਘੱਟ ਕਰ ਦੇਣੇ ਚਾਹੀਦੇ ਆ। ਨਾ ਕਿ ਇਹ ਵੇਖਣਾ ਚਾਹੀਦਾ ਵੀ ਹਾਂ ਵੀ ਜੇ 60 ਆਉਂਦੇ ਪਏ ਆ 70 ਲੈ ਕੇ ਆਉਣੇ ਆ, 70 ਆਉਂਦੇ ਪਏ 80 ਲੈ ਕੇ ਆਉਣੇ, ਉਹ ਗਲਤੀ ਆ। ਠੀਕ ਆ, 70-80 ਇੱਥੋਂ ਕੋਈ ਟਾਰਗੇਟ ਨਹੀਂਗਾ, ਕਿਉਂਕਿ ਇੱਥੋਂ 70-80 ਆਉਂਦਾ ਕੋਈ ਮਤਲਬ ਨਹੀਂਗਾ ਵੀ ਉੱਥੋਂ ਵੀ 70-80 ਆ ਜਾਣਗੇ। ਟਾਰਗੇਟ ਇਹ ਰੱਖਿਆ ਕਰੋ ਵੀ ਇੱਥੇ ਜਸਟ ਮੈਨੂੰ ਐਗਜ਼ਾਮ ਦਾ ਪੈਟਰਨ ਪਤਾ ਲੱਗ ਜੇ ਤੇ ਆਪਦਾ ਸਿਲੇਬਸ ਕਵਰ ਕਰਾਂ, ਦੈਨ ਮੈਂ ਆਪਦਾ ਐਗਜ਼ਾਮ 'ਚ ਵਧੀਆ ਪਰਫਾਰਮ ਕਰਾਂ। ਹੁਣ ਸਭ ਤੋਂ ਪਹਿਲਾਂ ਧਿਆਨ 'ਚ ਰੱਖਿਓ ਇੱਕ ਚੀਜ਼, ਜੇਕਰ ਤੁਸੀਂ ਰੀਡ ਅਲਾਉਡ ਜਿਹੜੇ ਆ ਡੇਲੀ ਦੇ 20, ਠੀਕ ਆ, ਤੋਂ 30 ਰੀਡ ਅਲਾਉਡ ਕਰਦੇ ਹੋ, ਮੈਂ ਤੁਹਾਨੂੰ ਕਹਿੰਦਾ ਵੀ ਜਦੋਂ ਤੁਹਾਡਾ ਐਗਜ਼ਾਮ ਨੀਅਰ ਆ ਜੇ, ਜਦੋਂ ਤੁਹਾਡਾ ਐਗਜ਼ਾਮ ਨੀਅਰ ਆੜੇ ਜਮਾ ਕੋਲੇ ਆ ਜੇ, ਤਾਂ ਬੱਚੇ ਨੂੰ ਨਾ ਰੀਡ ਅਲਾਉਡ ਘਟਾ ਦੇਣੇ ਚਾਹੀਦੇ ਆ। ਵੱਧ ਤੋਂ ਵੱਧ 10 ਕਰੋ, 15 ਕਰੋ ਡੇਲੀ ਦੇ ਰੀਡ ਅਲਾਉਡ, 10 ਤੋਂ 15 ਰੀਡ ਅਲਾਉਡ ਡੇਲੀ ਦੇ ਕਰੋ। ਤੇ ਇੱਕ ਹੋਰ ਚੀਜ਼ ਧਿਆਨ 'ਚ ਰੱਖਿਓ, ਦ ਟ੍ਰਿਬਿਊਨ ਦਾ ਨਿਊਜ਼ਪੇਪਰ ਡੇਲੀ ਪੜ੍ਹਨਾ। ਦ ਟ੍ਰਿਬਿਊਨ ਦਾ ਨਿਊਜ਼ਪੇਪਰ ਇੱਕ ਆ, ਠੀਕ ਆ, ਉਹ ਇੱਕ ਹਫਤਾ, ਇੱਕ ਵੀਕ ਲਗਾਤਾਰ ਦ ਟ੍ਰਿਬਿਊਨ ਦਾ ਨਿਊਜ਼ਪੇਪਰ ਪੜ੍ਹਨਾ ਇੰਪੋਰਟੈਂਟ ਆ ਹਰ ਇੱਕ ਬੱਚੇ ਵਾਸਤੇ। ਰਿਪੀਟ ਸੈਂਟੈਂਸ ਦੀ ਜੇ ਮੈਂ ਗੱਲ ਕਰਾਂ, 30 ਰਿਪੀਟ ਸੈਂਟੈਂਸ ਡੇਲੀ ਕਰਨੇ ਕੰਪਲਸਰੀ ਆ। 30 ਰਿਪੀਟ ਸੈਂਟੈਂਸ ਜਿਹੜੇ ਆ ਉਹ ਤੁਹਾਨੂੰ ਡੇਲੀ ਕਰਨੇ ਕੰਪਲਸਰੀ ਆ ਜਦੋਂ ਤੁਹਾਡਾ ਐਗਜ਼ਾਮ ਨੀਅਰ ਆ ਜੇ। ਠੀਕ ਆ ਜੀ। ਐਂਡ ਜੇ ਗੱਲਬਾਤ ਕਰਦਾ ਮੈਂ ਤੁਹਾਡੇ ਡਿਸਕ੍ਰਾਈਬੇਜ ਦੇ ਬਾਰੇ, ਇੱਕ ਡਿਸਕ੍ਰਾਈਬੇਜ ਡੇਲੀ ਦਾ ਕਰੋ, ਇੱਕ ਡਿਸਕ੍ਰਾਈਬੇਜ ਜਿਹੜਾ ਵਾ ਉਹ ਡੇਲੀ ਦਾ ਕਰੋ, ਸਾਰੀਆਂ ਆਲ ਟਾਈਪਸ ਦਾ, ਚਾਹੇ ਲਾਈਨ ਗ੍ਰਾਫ ਆ, ਬਾਰ ਗ੍ਰਾਫ ਆ, ਪਾਈ ਚਾਰਟ ਆ, ਫਲੋ ਚਾਰਟ ਆ, ਜਿਹੜੀ ਵੀ ਚੀਜ਼ ਆ ਇੱਕ ਹਰੇਕ ਕਰੋ। ਤੇ ਜੇ ਰੀਟਾ ਲੈਕਚਰ ਆ ਤਾਂ ਡੇਲੀ ਦੇ 4 ਰੀਟਾ ਲੈਕਚਰ ਹੋਣੇ ਚਾਹੀਦੇ ਆ ਤੁਹਾਡੇ। ਤੇ ਰੀਟਾ ਲੈਕਚਰ ਜਿਹੜੇ 1.2 ਦੀ ਸਪੀਡ ਤੋਂ ਤੁਸੀਂ ਪਰਫਾਰਮ ਕਰਨੇ ਆ। ਠੀਕ ਆ, ਇਹ ਤੁਸੀਂ ਸਪੀਕਿੰਗ ਦਾ ਪ੍ਰੋਪਰਲੀ ਮਟੀਰੀਅਲ ਤੁਸੀਂ ਇੱਕ ਹਫਤਾ ਪਹਿਲਾਂ ਕਵਰ ਕਰਨਾ ਵਾ। ਇੱਕ ਹਫਤਾ ਪਹਿਲਾਂ ਤੁਸੀਂ ਪ੍ਰੋਪਰਲੀ ਡੇ ਬਾਈ ਡੇ ਇੱਕ ਦਿਨ ਦਾ ਜਿਵੇਂ ਮਟੀਰੀਅਲ ਹੈ, ਇੱਕ ਦਿਨ ਦੇ ਵਿੱਚ ਆ ਚੀਜ਼ਾਂ ਦੀ ਪ੍ਰੈਕਟਿਸ ਕਰਨੀ ਆ। ਤੁਸੀਂ ਪ੍ਰੈਕਟਿਸ ਕੀਤੀ ਸੋ ਡੈਫੀਨਿਟਲੀ ਤੁਸੀਂ ਆਪਦੀ ਐਗਜ਼ਾਮ ਦੇ ਵਿੱਚ ਸਪੀਕਿੰਗ ਦਾ ਤੁਹਾਡੀ ਕਦੇ ਡਾਊਨ ਨਹੀਂ ਜਾਣ ਵਾਲੀ। ਇਹ ਚੀਜ਼ ਨੂੰ ਧਿਆਨ 'ਚ ਰੱਖਿਓ, ਸਪੀਕਿੰਗ ਕਦੇ ਵੀ ਬੈਕਗੇਅਰ ਸਪੀਕਿੰਗ ਦੇ ਵਿੱਚ ਨਹੀਂ ਲੱਗੂਗਾ। ਜਿਹੜੇ ਬੱਚੇ ਕਹਿੰਦੇ ਰਾਈਟਿੰਗ ਦੀ ਸਮਰੀ ਡੇਲੀ ਦੀ 1-2 ਕਰਕੇ ਦੇਖ ਲਿਆ ਕਰੋ। ਰਾਈਟਿੰਗ ਦੀ ਸਮਰੀ ਆ ਸੇਮ ਐਜ਼ ਇਟ ਇਜ਼, ਐਸੇ ਵੀ ਡੇਲੀ ਦੇ 1-2 ਕਰਕੇ ਦੇਖ ਲਿਆ ਕਰੋ, ਕਰਨੇ ਚਾਹੀਦੇ ਆ। ਇਹ ਨਹੀਂ ਵੀ ਇਹਨਾਂ ਚੀਜ਼ਾਂ ਨੂੰ ਵੀ ਨਹੀਂ ਕਰਨੇ ਸੀ ਪਰਫਾਰਮ ਇੱਕ ਹਫਤਾ ਪਹਿਲਾਂ, ਕਿਉਂਕਿ ਈਜ਼ੀ ਦੀਆਂ ਚੀਜ਼ਾਂ ਨੇ, ਸਾਨੂੰ ਯਾਦ ਹੀ ਨੇ। ਇਹਨਾਂ ਦਾ ਕਰਕੇ ਕੀ ਆ, ਲੋੜ ਆ, ਬਹੁਤ ਲੋੜ ਆ ਪ੍ਰੈਕਟਿਸ ਦੀ, ਤਾਂ ਬਹੁਤ ਲੋੜ ਹੈ ਇਹਨਾਂ ਚੀਜ਼ਾਂ ਦੀ। ਕਦੇ ਚੀਜ਼ਾਂ ਨੂੰ ਕਰਨਾ ਛੱਡੀਦਾ ਨਹੀਂ ਹੁੰਦਾਗਾ। ਤੇ ਐਗਜ਼ਾਮ ਤੋਂ ਇੱਕ ਹਫਤਾ ਪਹਿਲਾਂ ਵੋਕੈਬ ਮੱਚ ਇੰਪੋਰਟੈਂਟ ਰੀਡਿੰਗ ਵਾਸਤੇ। ਰੀਡਿੰਗ ਦੀ ਕੋਈ ਹੋਰ ਚੀਜ਼ ਕਰੋ, ਰੀਡਿੰਗ ਦੀਆਂ ਬਲੈਂਕਸਾਂ ਕਰੋ, ਰੀਡਿੰਗ ਦੇ ਰੀਆਰਡਰ ਕਰੋ, ਕੁਝ ਵੀ ਕਰੋ, ਪਰ ਵੋਕੈਬ ਤਾਂ ਮੱਚ ਇੰਪੋਰਟੈਂਟ ਆ। ਵੋਕੈਬ ਨੂੰ ਨਹੀਂ ਛੱਡਣਾ। ਇੱਕ ਹਫਤਾ ਤੁਸੀਂ ਪਹਿਲਾਂ ਕਰਦੇ ਸੀ, ਪਹਿਲਾਂ ਨਹੀਂ ਕਰਦੇ ਸੀ, ਉਹ ਗੱਲ ਵੱਖਰੀ, ਪਰ ਜਦੋਂ ਤੁਹਾਡਾ ਐਗਜ਼ਾਮ ਦਾ ਇੱਕ ਹਫਤਾ ਰਹਿ ਜੇ, ਤੁਹਾਨੂੰ ਵੋਕੈਬ ਤੇ ਬਹੁਤ ਜ਼ਿਆਦਾ ਜ਼ੋਰ ਦੇਣਾ ਚਾਹੀਦਾ। ਮੈਂ ਪਹਿਲੇ ਦਿਨ ਤੋਂ ਚੀਜ਼ ਪ੍ਰਮੋਟ ਕਰਦਾ ਆਇਆ ਵੀ ਵੋਕੈਬ ਐਂਡ ਕੋਲੋਕੇਸ਼ਨਸ ਮੱਚ ਇੰਪੋਰਟੈਂਟ। ਠੀਕ ਆ, ਕੋਲੋਕੇਸ਼ਨਸ ਨੂੰ ਹਜੇ ਕਿਤੇ ਨਾ ਕਿਤੇ ਨਕਾਰਿਆ ਜਾ ਸਕਦਾ ਵੀ ਕੋਲੋਕੇਸ਼ਨਸ ਉਹ ਲੈਵਲ ਤੱਕ ਆਪਾਂ ਨੂੰ ਕਿਤੇ ਇੰਪੋਰਟੈਂਸ ਨਹੀਂ ਆ, ਪਰ ਮੋਸਟ ਇੰਪੋਰਟੈਂਟ ਚੀਜ਼ ਜਿਹੜੀ ਆ ਉਹ ਵੋਕੈਬ ਆ, ਮੋਸਟ ਇੰਪੋਰਟੈਂਟ।
ਕਿਸੇ ਵਰਡ ਦੇ ਮਤਲਬ ਨਹੀਂ ਪਤਾ ਤਾਂ ਕੁਝ ਨਹੀਂ ਪਤਾ। ਵੋਕੈਬ ਡੇਲੀ ਦੀ ਤੁਹਾਡੀ ਜਿਹੜੀ ਹੁੰਦਾ ਨਾ ਐਗਜ਼ਾਮ ਦੇ ਨੇੜੇ ਆ ਕੇ 50 to 100 ਵੋਕੈਬ ਤੁਹਾਡੀ ਡੇਲੀ ਦੀ ਹੋਣੀ ਚਾਹੀਦੀ ਹੈ। ਜਿੰਨੀ ਮਰਜ਼ੀ ਕਰ ਲਓ 50 ਜਾਂ ਕਰ ਲਓ ਡੇਲੀ ਦੀ 100 ਕਰ ਲਓ 50 ਦੀ ਤੁਹਾਡੀ ਸ਼ਮਤਾ, ਠੀਕ ਹੈ, ਜਿੰਨਾ ਤੁਸੀਂ ਕਰ ਸਕਦੇ ਹੋ, ਪਰ ਇੰਨੀ ਵੋਕੈਬ ਡੇਲੀ ਦੀ ਹੋਣੀ ਜ਼ਰੂਰੀ ਆ ਜਦੋਂ ਇੱਕ ਹਫਤਾ ਪੈਂਡਿੰਗ ਰਹਿ ਜੇ। ਐਂਡ ਜੇ ਮੈਂ ਗੱਲ ਕਰਦਾ ਪਿਆ ਮੈਂ ਤੁਹਾਡੀ ਲਿਸਨਿੰਗ ਦੀ, ਸਮਰਾਈਜ਼ ਸਪੋਕਨ ਟੈਕਸਟ ਬੱਚਿਆਂ ਨੂੰ ਕਾਫੀ ਕਨਫਿਊਜ਼ਨ ਆ ਲਿਸਨਿੰਗ ਦੀ ਸਮਰੀ ਦੇ ਵਿੱਚ। ਲਿਸਨਿੰਗ ਦੀ ਸਮਰੀ ਜਿਹੜੀ ਆ ਡੇਲੀ ਦੀਆਂ 2 ਪਰਫਾਰਮ ਕਰੋ ਇਨਫ ਆ, ਡੇਲੀ ਦੀਆਂ 2 ਲਿਸਨਿੰਗ ਦੀਆਂ ਸਮਰੀਆਂ ਪਰਫਾਰਮ ਕਰੋ ਇਨਫ ਆ। ਐਂਡ ਜੇ ਮੈਂ ਗੱਲ ਕਰਦਾ ਲਿਸਨਿੰਗ ਬਲੈਂਕਸ, ਬੱਚੇ ਕਨਫਿਊਜ਼ਨ ਕਾਫੀ ਰੱਖਦੇ ਆ YouTube ਤੋਂ ਮੈਂ ਪ੍ਰੈਫਰ ਕਰਦਾ ਬੱਚਿਆਂ ਨੂੰ ਵੀ YouTube ਤੋਂ ਲਿਸਨਿੰਗ ਦੀਆਂ ਬਲੈਂਕਸਾਂ ਕਰਨੀਆਂ ਚਾਹੀਦੀਆਂ ਜਦੋਂ ਐਗਜ਼ਾਮ ਨੀਅਰ ਆ ਜੇ। ਮੈਂ ਬਹੁਤ ਘੱਟ ਪ੍ਰੈਫਰ ਕਰਦਾ ਵਾਂ ਜਦੋਂ ਐਗਜ਼ਾਮ ਨੇੜੇ ਆ ਜੇ ਵੀ ਤੁਸੀਂ ਲਿਸਨਿੰਗ ਦੇ ਬਲੈਂਕਸ ਆ ਐਪ ਯੂਨੀ ਤੋਂ ਪਰਫਾਰਮ ਕਰੋ। ਲਿਸਨਿੰਗ ਦੇ ਬਲੈਂਕਸ ਆ ਮੈਂ ਮੋਸਟਲੀ YouTube ਤੋਂ ਕਹਿੰਦਾ ਬੱਚਿਆਂ ਨੂੰ ਵੀ YouTube ਤੋਂ ਲਿਸਨਿੰਗ ਦੇ ਬਲੈਂਕਸ ਨੂੰ ਪਰਫਾਰਮ ਕਰਨੀਆਂ ਚਾਹੀਦੀਆਂ ਵਾ। ਲਿਸਨਿੰਗ ਦੇ ਬਲੈਂਕਸ ਆ YouTube ਤੇ 1.2 ਦੀ ਸਪੀਡ ਹੋ ਜਾਂਦੀ ਆ, 1.2 ਦੀ ਸਪੀਡ ਤੋਂ ਲਿਸਨਿੰਗ ਦੇ ਬਲੈਂਕਸ ਆ ਤੁਸੀਂ YouTube ਤੋਂ ਕਰੋ। ਡੈਫੀਨਿਟਲੀ ਲਿਸਨਿੰਗ ਦੇ ਬਲੈਂਕਸ ਆ ਤੁਹਾਨੂੰ ਬਹੁਤ ਵਧੀਆ ਇੰਪਰੂਵਮੈਂਟ ਕਰਵਾਉਣਗੇ ਤੇ ਡਿਜ਼ਾਇਰ ਸਕੋਰਿੰਗ ਐਗਜ਼ਾਮ ਚ ਦਿਵਾਉਣਗੀਆਂ। ਬੱਚਿਆਂ ਦਾ ਕੁਐਸਚਨ ਉਹਨਾਂ ਵੀ YouTube ਤੋਂ ਕਿੱਥੋਂ ਕਰੀਏ ਰਾਜੇ, ਡਸਨਟ ਮੈਟਰ, ਕੋਈ ਵੀ ਰੀਸੈਂਟ ਵੀਡੀਓ ਆਉਂਦੀ ਆ, ਕੋਈ ਵੀ ਰੀਸੈਂਟ ਨਵੀਂ ਵੀਡੀਓ ਆਉਂਦੀ ਆ, ਉਹ ਨਵੀਂ ਵੀਡੀਓ ਚੱਕ ਕੇ ਤੁਸੀਂ ਪਰਫਾਰਮ ਕਰੋ, ਤੁਸੀਂ ਆਪਦੇ ਡਿਜ਼ਾਇਰ ਸਕੋਰ ਲੈ ਕੇ ਆਓਗੇ। ਕਿਉਂਕਿ ਰੀਡਿੰਗ ਦੀ ਸੌਰੀ ਲਿਸਨਿੰਗ ਦੇ ਬਲੈਂਕਸ ਆ YouTube ਤੋਂ ਕਰਨੀਆਂ ਬਹੁਤ ਇੰਪੋਰਟੈਂਟ ਆ ਤੇ ਬਹੁਤ ਰਿਪੀਟ ਹੁੰਦੀਆਂ ਨੇ YouTube ਤੋਂ। ਐਂਡ ਹਾਈਲਾਈਟਿੰਗ ਕਰੈਕਟ ਵਰਡ ਜਿਹੜੇ ਹੁੰਦੇ ਆ ਉਹ ਡੇਲੀ ਦੇ ਆਪਾਂ ਨੂੰ 5 to 10 ਕਰਨੇ ਚਾਹੀਦੇ ਆ, 5 to 10 ਡੇਲੀ ਕਰਨੇ ਚਾਹੀਦੇ ਆ ਜਦੋਂ ਆਪਣਾ ਹਫਤਾ ਰਹਿ ਜੇ, ਠੀਕ ਆ। ਐਂਡ ਡਿਕਟੇਸ਼ਨ ਜਿਹੜੀਆਂ ਹੁੰਦੀਆਂ ਨੇ 30 ਡਿਕਟੇਸ਼ਨਸ, ਇਹ ਚੀਜ਼ ਨੂੰ ਧਿਆਨ ਚ ਰੱਖਿਓ, ਇਹ ਚੀਜ਼ਾਂ ਨੂੰ ਇਕੱਠੀਆਂ ਨਾ ਕਰਿਓ। ਇੱਕ ਦਿਨ ਰਿਪੀਟ ਸੈਂਟੈਂਸ ਕਰ ਲਈ, ਇੱਕ ਦਿਨ ਡਿਕਟੇਸ਼ਨਾਂ ਕਰ ਲਈਆਂ, ਇੱਕ ਦਿਨ ਡਿਕਟੇਸ਼ਨਾਂ ਕਰ ਲਈਆਂ, ਇੱਕ ਦਿਨ ਰਿਪੀਟ ਸੈਂਟੈਂਸ ਕਰ ਲਈ। ਇੱਕ ਦਿਨ ਇੱਕ ਚੀਜ਼ ਕਰਿਆ ਕਰੋ, ਦੂਸਰੀ ਚੀਜ਼ ਇੱਕ ਚੀਜ਼ ਰਹਿਣ ਦਿਆ ਕਰੋ। ਕਿਉਂਕਿ ਪ੍ਰੋਪਰਲੀ ਜਿੰਨਾ ਟਾਈਮ ਹੁਣ ਤੁਸੀਂ ਦੇਖੋ ਅੱਧਾ ਘੰਟਾ ਮੈਂ ਰਿਪੀਟ ਸੈਂਟੈਂਸ ਨੂੰ ਦੇ ਰਿਹਾ, ਅੱਧਾ ਘੰਟਾ ਮੈਂ ਡਿਕਟੇਸ਼ਨਸ ਨੂੰ ਦੇ ਰਿਹਾ ਵਾਂ, ਮੈਂ ਇੱਕ ਦਿਨ ਦੇ ਵਿੱਚ ਦੋਵਾਂ ਚ ਇੱਕ ਚੀਜ਼ ਪਰਫਾਰਮ ਕਰ ਲਾਂ। ਜਿੱਥੇ ਮੈਂ ਅੱਧਾ ਘੰਟਾ ਦੇਣਾ ਸੀਗਾ ਉੱਥੇ ਮੈਂ ਇੱਕ ਚੀਜ਼ ਨੂੰ ਪ੍ਰੋਪਰਲੀ ਘੰਟਾ ਦਵਾਂ, ਠੀਕ ਆ, ਤੇ ਪ੍ਰੋਪਰਲੀ ਧਿਆਨ ਨਾਲ ਚੀਜ਼ ਨੂੰ ਪਰਫਾਰਮ ਕਰਾਂ। ਇਹ ਮੈਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਡਿਕਟੇਸ਼ਨ ਵੀ ਉਹ ਇੱਕ ਦੋਵੇਂ ਚੀਜ਼ਾਂ ਦੀ ਪ੍ਰੈਕਟਿਸ ਹੋ ਰਹੀ ਹੈ। ਡਿਕਟੇਸ਼ਨ ਦੀ ਕਰੋਗੇ ਰਿਪੀਟ ਸੈਂਟੈਂਸ ਇੰਪਰੂਵ ਹੋਣਗੇ, ਰਿਪੀਟ ਸੈਂਟੈਂਸ ਦੀ ਕਰੋਗੇ ਡਿਕਟੇਸ਼ਨਾਂ ਵੀ ਇੰਪਰੂਵ ਹੋਣਗੀਆਂ, ਠੀਕ ਹੈ। ਇੱਕ ਚੀਜ਼ ਨਾਲ ਦੋਵੇਂ ਚੀਜ਼ਾਂ ਇੰਪਰੂਵ ਹੋਣਗੀਆਂ, ਇਹ ਚੀਜ਼ ਨੂੰ ਧਿਆਨ ਚ ਰੱਖਿਓ। ਐਂਡ ਸਭ ਤੋਂ ਇੰਪੋਰਟੈਂਟ ਚੀਜ਼ ਆ ਸਪੈਲਿੰਗ ਆਪਾਂ ਨੂੰ ਇੰਪਰੂਵ ਕਰਨੇ ਬਹੁਤ ਜ਼ਰੂਰੀ ਆ। ਹੁਣ ਨਾ ਇੱਕ ਹਫਤਾ ਪਹਿਲਾਂ ਕਿਹੜੀਆਂ ਚੀਜ਼ਾਂ ਮੋਸਟਲੀ ਧਿਆਨ ਚ ਰੱਖਣੀਆਂ ਵਾ, ਉਹਨੇ ਚੀਜ਼ ਨੂੰ ਧਿਆਨ ਚ ਰੱਖੋ। ਕਿਹੜੀਆਂ ਚੀਜ਼ਾਂ ਮੋਸਟਲੀ ਆਪਾਂ ਇੱਕ ਹਫਤਾ ਪਹਿਲਾਂ ਧਿਆਨ ਚ ਰੱਖਣੀਆਂ ਵਾ? ਸਭ ਤੋਂ ਪਹਿਲਾਂ ਨਾ ਜਿਵੇਂ ਹੁਣ ਆਪਾਂ ਕਰਦੇ ਪਏ ਆ, ਜਦੋਂ ਮੈਂ ਆਪਣੀ ਸਪੀਕਿੰਗ ਪਰਫਾਰਮ ਕਰਦਾ ਪਿਆ ਵਾਂ, ਸਪੀਕਿੰਗ ਦੇ ਵਿੱਚ ਜਦੋਂ ਮੈਂ ਸਪੀਕਿੰਗ ਨੂੰ ਪਰਫਾਰਮ ਕਰਦਾ ਪਿਆ ਨਾ, ਜਿੰਨੇ ਵੀ ਮੈਨੂੰ ਵਰਡਸ ਪੜ੍ਹਨੇ ਨਹੀਂ ਆਉਂਦੇ ਪਏ ਕਿ ਜਿੰਨੇ ਵੀ ਵਰਡਸ ਮੇਰੇ ਗਲਤ ਹੁੰਦੇ ਪਏ ਸਪੀਕਿੰਗ ਦੇ ਵਿੱਚੋਂ, ਉਹ ਡੇਲੀ ਮੈਂ ਆਪਣੀ ਕਾਪੀ ਤੇ ਨੋਟ ਕਰਨੇ ਸ਼ੁਰੂ ਕਰ ਦਿੰਨੇ ਆ। ਤੇ ਜਿੰਨੇ ਵੀ ਮੇਰੇ ਰੀਡਰ ਦੇ ਵਿੱਚੋਂ, ਜਿੰਨੇ ਵੀ ਮੇਰੇ ਰੀਡਰ ਲੈਕਚਰ ਦੇ ਵਿੱਚੋਂ, ਮੇਰੇ ਡਿਸਕ੍ਰਾਈਬੇਜ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਦੇ ਵਿੱਚੋਂ ਵੀ ਮੇਰੇ ਵਰਡਸ ਗਲਤ ਹੁੰਦੇ ਪਏ ਨਾ, ਉਹ ਡੇਲੀ ਬੇਸਿਸ ਤੇ ਮੈਂ ਆਪਣੀ ਕਾਪੀ ਤੇ ਨੋਟ ਕਰਨੇ ਸ਼ੁਰੂ ਕਰ ਦਿੰਨੇ ਆ ਸਪੀਕਿੰਗ ਦੇ ਵਿੱਚੋਂ। ਕਿਉਂਕਿ ਮੇਰੀ ਵੋਕੈਬ ਜਿਹੜੀ ਹੁੰਦੀ ਹੈ ਨਾ, ਵੋਕੈਬ ਐਂਡ ਮੈਂ ਆਪਣੀ ਪ੍ਰੋਨਾਂਸੀਏਸ਼ਨ ਇੰਪਰੂਵ ਕਰ ਸਕਾਂ। ਇੱਕ ਤਾਂ ਮੈਂ ਵਰਡਸ ਦਾ ਮੀਨਿੰਗ ਗੂਗਲ ਸਰਚ ਕਰੂੰਗਾ ਵੀ ਇਹਨਾਂ ਦਾ ਮਤਲਬ ਕੀ ਆ। ਐਂਡ ਸੈਕੰਡਲੀ ਸਭ ਤੋਂ ਇੰਪੋਰਟੈਂਟ ਜੇ ਸਾਡੀ ਸਪੀਕਿੰਗ ਚ ਹੁੰਦੀ ਆ ਸਾਡੀ ਪ੍ਰੋਨਾਂਸੀਏਸ਼ਨ, ਕਿਉਂਕਿ ਜਦੋਂ ਅਸੀਂ ਵਰਡ ਨੂੰ ਪ੍ਰੋਪਰਲੀ ਪ੍ਰੋਨਾਂਸ ਨਹੀਂ ਨਾ ਕਰ ਪਾਉਂਦੇਗੇ ਉਦੋਂ ਸਾਡੀ ਸਕੋਰਿੰਗ ਐਗਜ਼ਾਮ ਦੇ ਵਿੱਚੋਂ ਘੱਟ ਆਉਂਦੀ ਆ। ਤੇ ਡੇਲੀ ਬੇਸਿਸ ਤੇ ਜਦੋਂ ਆਪਾਂ ਪ੍ਰੈਕਟਿਸ ਕਰਦੇ ਹੁੰਦੇ ਆ ਨਾ, ਜਿੰਨੀ ਮਰਜ਼ੀ ਭਲਾ ਮੈਂ 10 to 15 ਤੁਹਾਨੂੰ ਦੱਸਿਆ ਰੀਡ ਅਲਾਊਡ ਦੱਸੇ ਆ, ਜਿੰਨੇ ਕਿਸੇ ਵੀ ਚੀਜ਼ ਦੀ ਪ੍ਰੈਕਟਿਸ ਕਰਦੇ ਹੁੰਦੇ ਆ ਤੁਸੀਂ, ਤੇ ਉਹਨੂੰ ਨਾ ਇੱਕ ਡੇਲੀ ਕਾਪੀ ਤੇ ਨੋਟ ਕਰਿਆ ਕਰੋ ਵੀ ਅੱਛਾ ਵੀ ਸਾਡੇ ਆਹ ਚੀਜ਼ ਦੇ ਵਿੱਚ ਆਹ ਚੀਜ਼ ਗਲਤ ਸੀਗੀ, ਸਾਨੂੰ ਆਹ ਵਰਡ ਪ੍ਰੋਨਾਂਸ ਕਰਨਾ ਨਹੀਂ ਆਇਆ, ਆਹ ਵਰਡ ਪ੍ਰੋਨਾਂਸ ਕਰਨਾ ਨਹੀਂ ਆਇਆ। ਕਾਫੀ ਬੱਚਿਆਂ ਦੇ ਮੇਰੇ ਲਾਈਵ ਦੇ ਵਿੱਚ ਮੈਸੇਜ ਆਈ ਜਾਂਦੇ ਸੀ ਸਿਕਿਉਰਿਟੀਜ਼ ਪ੍ਰੋਨਾਂਸ ਕਰਨਾ ਨਹੀਂ ਆਉਂਦਾ, ਸਾਇੰਟਿਸਟ ਪ੍ਰੋਨਾਂਸ ਕਰਨਾ ਨਹੀਂ ਆਉਂਦਾ, ਟੂਰਿਸਟ ਪ੍ਰੋਨਾਂਸ ਕਰਨਾ ਨਹੀਂ ਆਉਂਦਾ। ਇਦਾਂ ਕਾਫੀ ਵਰਡਸ ਸੀਗੇ ਜਿਹੜੇ ਬੱਚੇ ਕਹਿੰਦੇ ਸਾਨੂੰ ਪ੍ਰੋਨਾਂਸ ਕਰਨੇ ਨਹੀਂ ਆਉਂਦੇਗੇ। ਹੁਣ ਇਹ ਚੀਜ਼ ਨੂੰ ਧਿਆਨ 'ਚ ਰੱਖਿਓ, ਇਹਨਾਂ ਵਰਡਸ ਦੀ ਪ੍ਰੈਕਟਿਸ ਹੋਣੀ ਚਾਹੀਦੀ ਆ ਡੇਲੀ ਬੇਸਿਸ ਤੇ। ਜੇ ਹਫਤਾ ਵੀ ਲਗਾਤਾਰ ਤੁਸੀਂ ਠੋਕ ਕੇ ਪ੍ਰੈਕਟਿਸ ਕਰ ਲਈ ਨਾ ਤੇ ਕਦੇ ਐਗਜ਼ਾਮ 'ਚ ਨੰਬਰ ਘੱਟ ਨਹੀਂ ਆਉਂਦੇ। ਰਾਈਟਿੰਗ ਦੀ ਗੱਲ ਕਰਾਂ, ਜਿੰਨੀ ਵੀ ਰਾਈਟਿੰਗ ਦੀਆਂ ਤੁਸੀਂ ਟੌਪਿਕਸ ਯਾਦ ਕਰੋ, ਠੀਕ ਹੈ। ਰਾਈਟਿੰਗ ਦਾ ਤੁਸੀਂ ਐਪ ਯੂਨਿਟ ਖੋਲੋ, ਐਪ ਯੂਨਿਟ ਤੇ ਸਾਰੀ ਹੈਡਿੰਗਸ ਲਿਖੀਆਂ ਹੁੰਦੀਆਂ ਨੇ। ਜਦੋਂ ਆਪਾਂ ਸਾਈਡ ਤੇ ਖੋਲਦੇ ਹਾਂ ਸਾਰੇ ਐਸੇ ਦੀਆਂ ਹੈਡਿੰਗਸ ਲਿਖੀਆਂ ਹੁੰਦੀਆਂ ਨੇ, ਉਹ ਐਸੇ ਦੀਆਂ ਹੈਡਿੰਗਸ ਦੇ ਟੌਪਿਕ ਕ੍ਰੀਏਟ ਕਰੋ ਵੀ ਇਹਨਾਂ ਦੇ ਕੀ ਟੌਪਿਕ ਹੋ ਸਕਦੇ ਆ। ਮੈਂ ਕੋਈ ਟੌਪਿਕ ਤੇ ਵੀਡੀਓ ਪਾਈ ਸੀ ਵੀ ਕਿੱਦਾਂ ਦੇ ਟੌਪਿਕ ਹੋਣੇ ਚਾਹੀਦੇ ਆ, ਉਹ ਜਾ ਕੇ ਦੇਖੋ ਤੇ ਆਪਣੇ ਨਾਲ ਟੌਪਿਕਸ ਕ੍ਰੀਏਟ ਕਰੋ। ਜੇ ਕਰੋਗੇ ਡੇਲੀ ਬੇਸਿਸ ਤੇ, ਠੀਕ ਆ, ਇੱਕ ਹਫਤਾ ਲਗਾਤਾਰ ਕਰਨਾ ਸ਼ੁਰੂ ਕਰ ਦੋਗੇ ਤੇ ਕਦੇ ਐਸੇ ਦੇ ਵਿੱਚ ਦਿੱਕਤ ਨਹੀਂ ਆਉਂਦੀ ਹੈਗੀ। ਐਂਡ ਰੀਡਿੰਗ ਦੇ ਵਿੱਚ ਤੁਹਾਨੂੰ ਪਹਿਲਾਂ ਦੱਸਿਆ ਵਾ ਵੋਕੈਬ ਕਰਨੀ ਸ਼ੁਰੂ ਕਰ ਦਿਓ। ਐਂਡ ਲਿਸਨਿੰਗ ਦੇ ਵਿੱਚ ਸਭ ਤੋਂ ਮੋਸਟ ਇੰਪੋਰਟੈਂਟ ਚੀਜ਼ ਆ ਟੈਟ ਟਾਕ ਐਂਡ ਤੁਹਾਡੇ ਸਪੈਲਿੰਗਸ, ਠੀਕ ਆ। ਕਿਉਂਕਿ ਐਕਸੈਂਟ ਦੇ ਵਿੱਚ ਬੱਚੇ ਨੂੰ ਪ੍ਰੋਬਲਮ ਆਉਂਦੀ ਆ, ਸੋ ਡੇਲੀ ਬੇਸਿਸ ਤੇ ਤੁਸੀਂ YouTube ਤੇ ਜਾ ਕੇ ਟੈਟ ਟਾਕ ਨੂੰ ਲਿਸਨ ਕਰਨਾ ਸ਼ੁਰੂ ਕਰ ਦਿਓ। TED ਟੈਟ TAL ਕੇ ਟਾਕ, ਠੀਕ ਆ। ਇਹ ਚੀਜ਼ ਨੂੰ ਡੇਲੀ ਬੇਸਿਸ ਤੇ ਲਿਸਨ ਕਰਨਾ ਸ਼ੁਰੂ ਕਰ ਦਿਓ। ਐਕਸੈਂਟ ਇੰਨਾ ਕਿ ਇੰਪਰੂਵ ਕਰ ਦੂਗੀ, ਜਿੰਨਾ ਮਰਜ਼ੀ ਡਿਫਿਕਲਟ ਐਕਸੈਂਟ ਐਗਜ਼ਾਮ ਚ ਆ ਜੇ ਤੁਸੀਂ ਕਦੇ ਆਪਦੀ ਸਕੋਰਿੰਗ ਘੱਟ ਨਹੀਂ ਲੈ ਕੇ ਆਉਂਦੇਗੇ। ਐਂਡ ਸੈਕੰਡਲੀ ਚੀਜ਼ ਆ ਸਪੈਲਿੰਗਸ ਤੇ ਫੋਕਸ ਕਰਨਾ ਸ਼ੁਰੂ ਕਰ ਦਿਓ ਤੇ ਕਦੇ ਵਾਸਤੇ ਤੁਹਾਡੀ ਸਕੋਰਿੰਗ ਜਿਹੜੀ ਆ ਉਹ ਡਾਊਨ ਨਹੀਂ ਆਉਂਦੀ। ਇਹ ਪੈਟਰਨ ਨੂੰ ਫੋਲੋ ਕਰ ਲਿਆ, ਇਹ ਚੀਜ਼ਾਂ ਨੂੰ ਫੋਲੋ ਕਰ ਲਿਆ, ਤੁਸੀਂ ਕਦੇ ਵਾਸਤੇ ਵੀ ਆਪਦੀ ਸਕੋਰਿੰਗ ਡਾਊਨ ਨਹੀਂ ਲੈ ਕੇ ਆਉਂਦੇਗੇ। ਤੇ ਕਰਨਾ ਕਿਹੜੀ ਸਾਈਡ ਤੋਂ ਆ?
ਪਹਿਲੇ ਦਿਨ ਤੋਂ ਜਿਹੜੀ ਸਾਈਟ ਆਪਾਂ ਪ੍ਰਮੋਟ ਕਰਦੇ ਆਏ ਆ ਐਪ ਯੂਨੀ ਤੋਂ ਸਾਰਾ ਮਟੀਰੀਅਲ ਤੁਸੀਂ ਪਰਫਾਰਮ ਕਰਨਾ ਵਾ ਤੇ ਗਾਰੰਟੀ ਇਹ ਚੀਜ਼ ਦੀ ਆ ਵੀ ਐਪ ਯੂਨੀ ਤੋਂ ਜੇ ਤੁਸੀਂ ਇਹ ਮਟੀਰੀਅਲ ਹਫਤਾ ਪਹਿਲਾਂ ਪਰਫਾਰਮ ਕੀਤਾ ਤੇ 8ਵੇਂ ਦਿਨ ਤੁਹਾਡੀ ਸਕੋਰਿੰਗ ਗਾਰੰਟੀ ਨਾਲ ਆ। ਆਹੀ ਚੀਜ਼ਾਂ ਪੇਡ ਕਲਾਸਿਸ ਦੇ ਵਿੱਚ ਦੱਸਦਾ ਵਾ ਤੇ ਆਹੀ ਚੀਜ਼ਾਂ ਤੁਹਾਨੂੰ ਫ੍ਰੀ ਆਫ ਕਾਸਟ ਦੱਸਦਾ ਪਿਆ ਵਾ। ਹੁਣ ਫਰਜ਼ ਤੁਹਾਡਾ ਵਾ ਤੁਸੀਂ ਘਰੇ ਬੈਠ ਕੇ ਕਿੰਨੀ ਮਿਹਨਤ ਲਾਉਂਦੇ ਹੋ, ਕਿੰਨੀ ਪ੍ਰੈਕਟਿਸ ਕਰਦੇ ਹੋ ਤੇ ਕਿੰਨੀ ਪ੍ਰੋਪਰ ਦਿਲ ਲਾ ਕੇ ਮਿਹਨਤ ਕਰਕੇ ਆਪਣੇ ਡਿਜ਼ਾਇਰ ਸਕੋਰ ਐਗਜ਼ਾਮ ਦੇ ਵਿੱਚੋਂ ਪ੍ਰਾਪਤ ਕਰਦੇ ਹੋ। ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਲਾਈਕ ਕਰਕੇ ਵੀਡੀਓ ਨੂੰ ਦੋਸਤ ਮਿੱਤਰਾਂ ਸ਼ੇਅਰ ਕਰ ਦਿਓ, ਕਾਫੀ ਨੌਲੇਜ ਨੇ ਗੱਲਾਂ ਉਹਨਾਂ ਨੂੰ ਵੀ ਸਿੱਖਣ ਨੂੰ ਮਿਲ ਜਾ ਕਰਨਗੀਆਂ। ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ਨੰਬਰ ਮੈਂਸ਼ਨ ਆ, ਤੁਸੀਂ ਮੈਨੂੰ WhatsApp ਤੇ ਕਾਲ ਮੈਸੇਜ ਕਰਕੇ ਆਨਲਾਈਨ ਕਲਾਸਿਸ ਵੀ ਲੈ ਸਕਦੇ ਹੋ। ਆਨਲਾਈਨ ਕਲਾਸਿਸ ਮੈਂ ਖੁਦ ਪ੍ਰੋਵਾਈਡ ਕਰਦਾ ਵਾਂ ਤੇ ਜੇਕਰ ਹਜੇ ਤੱਕ ਵੀ ਕਿਸੇ ਬੱਚੇ ਨੇ ਗੁਰਵਿੰਦਰ ਪੀਡੀ ਦਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਔਨ ਕਰ ਦਿਓ। ਤੁਹਾਡੇ ਵਾਸਤੇ ਵਧੀਆ ਵਧੀਆ ਟੌਪਿਕ ਤੇ ਵੀਡੀਓ ਲੈ ਕੇ ਆਉਂਦੇ ਰਵਾਂਗੇ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਸੋ ਮਚ।